पिछली वार जो सुमेध सैनी गिरफ्तार नहीं होए तो कैप्टन अमरिंदर सिंह ने काफ़ी झाड़ पाई सी अफसरां नूं। रंधावा ने तो इत्थों तक कहा सी कि मैं जांदा गिरफ्तार करन तां भज के फड़ लैंदा। चोणां जदों आउंदियां ने सियासी पार्टियां सेंटीमेंटल इशू उठाउंदियां ने और उन्हां दे खिलाफ तां पुलिस वाली स्टेटमेंटां दे रहे ने। वो लोग स्टेटमेंटां दे रहे हैं जिहड़े उन्हां दे नाल रहे ने। सैनी ते तां बहुत सारे केस ने ਜਿਹੜੇ ਸੀਰੀਅਸ ਕੇਸ ਨੇ ਉਹਨਾਂ ਦਾ ਕੀ ਬਣੇਗਾ, ਉਹ ਅਦਾਲਤਾਂ 'ਚ ਕਿਵੇਂ ਨਿਬੜਨਗੇ, ਪੰਜਾਬ ਸਰਕਾਰ ਉਹ 'ਚ ਕੀ ਕੰਮ ਕਰਦੀ ਹੈ, ਕਿਉਂਕਿ ਚੋਣਾਂ 'ਚ ਤਾਂ 5-6 ਮਹੀਨੇ ਰਹਿ ਗਏ। ਸੈਣੀ ਨੂੰ ਜੋ ਸੁਪਰ ਕਾਪ ਕਿਹਾ ਜਾਂਦਾ ਸੀ ਤਾਂ ਇੱਕ ਬਰੂਟਲ ਅਫਸਰ ਵੀ ਕਿਹਾ ਜਾਂਦਾ ਸੀ। ਲੋਕਾਂ ਦੇ ਇਸ਼ੂ ਐਡਰੈਸ ਹੋਣੇ ਚਾਹੀਦੇ ਨੇ। ਜੇ ਕਿਸੇ ਨਾਲ ਬੇਇਨਸਾਫੀ ਹੋਈ ਹੈ ਉਹਦੀ ਬੇਇਨਸਾਫੀ ਦਾ ਇਨਸਾਫ ਮਿਲਣਾ ਚਾਹੀਦਾ ਗਾ। ਸਾਡੀਆਂ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ, ਚਾਹੇ ਪੁਲਿਸ ਆ ਚਾਹੇ ਹੋਰ ਐਡਮਿਨਿਸਟ੍ਰੇਟਿਵ ਆ, ਇਹਨਾਂ ਨੂੰ ਬਣਦਾ ਰੋਲ ਨਿਰਪੱਖ ਤਰੀਕੇ ਨਾਲ ਅਦਾ ਕਰਨਾ ਚਾਹੀਦਾ ਤਾਂ ਕਿ ਮਸਲੇ ਹੱਲ ਹੋਣ। ਪੁਲਿਸ ਤੇ ਬਹੁਤ ਸਾਰੇ ਡਿਪਾਰਟਮੈਂਟ ਵੀ ਆਪਣੇ ਅਧਿਕਾਰੀਆਂ ਦੇ ਮੁਤਾਬਕ, ਆਪਣੇ ਪੋਲੀਟੀਕਲ ਬੌਸ ਦੇ ਮੁਤਾਬਕ ਕੰਮ ਕਰਦੇ ਨੇ। ਆਖਿਰ ਸਲਾਖਾਂ ਦੇ ਪਿੱਛੇ ਪਹੁੰਚੇ ਸੁਮੇਧ ਸੈਣੀ। ਲੰਮੇ ਸਮੇਂ ਤੋਂ ਉੱਠ ਰਹੀਆਂ ਸੀ ਆਵਾਜ਼ਾਂ, ਪਰ ਗ੍ਰਿਫਤਾਰੀ ਦੇ ਵਿੱਚ ਕਿਉਂ ਹੋਈ ਦੇਰੀ? ਇਸੇ ਹੀ ਮੁੱਦੇ ਨੂੰ ਡੀਕੋਡ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਹੋ ਸਕਦਾ ਹੈ। ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਲੰਮੇ ਸਮੇਂ ਤੋਂ ਬਾਅਦ ਜਿਹੜੀ ਆਖਿਰਕਾਰ ਗ੍ਰਿਫਤਾਰੀ ਹੋ ਚੁੱਕੀ ਹੈ ਸੁਮੇਧ ਸੈਣੀ ਦੀ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਇਸ ਮਾਮਲੇ 'ਚ? ਦੇਖੋ, ਪ੍ਰੈਸ਼ਰ ਬਹੁਤ ਸੀ ਗਵਰਨਮੈਂਟ ਦੇ ਉੱਤੇ, ਵਿਜੀਲੈਂਸ ਦੇ ਉੱਤੇ। ਗਵਰਨਮੈਂਟ ਤੇ ਪ੍ਰੈਸ਼ਰ ਸੀ ਤਾਂ ਗਵਰਨਮੈਂਟ ਨੇ ਪ੍ਰੈਸ਼ਰ ਅੱਗੇ ਵਿਜੀਲੈਂਸ ਦੇ ਉੱਤੇ ਪਾਇਆ ਹੋਇਆ ਸੀ। ਪਿਛਲੀ ਵਾਰ ਜਦੋਂ ਸੁਮੇਧ ਸੈਣੀ गिरफ्तार नहीं होए तो कैप्टन अमरिंदर सिंह ने काफ़ी झाड़ पाई सी अफसरां नूं। उस तो बाद काफ़ी सवाल उठ रहे सी विदिन कांग्रेस। रंधावा ने तो इत्थों तक कहा सी कि मैं जांदा गिरफ्तार करन तां भज के फड़ लैंदा। इस करके कैप्टन अमरिंदर सिंह दा एक वादा रहा सैनी नूं लैके, वो 2017 च गल्लां करदे रहे। सवाल यही उठदे सी कि सैनी दे केस बहुत सारे ने, किहड़े केस गिरफ्तारी होएगी? केस खोले गए, सैनी अदालत चले जांदे सी, केस खुलदा सी, सैनी अदालत। पहली वार कल जो विजिलेंस के दफ्तर आए तो उन्होंने उत्थे ही बिठा लिया गया, हिरासत च लिया गया, गिरफ्तार किया गया। केस कोई पुराना केस आ, कुराली का लैंड का मसला है, केस इंपॉर्टेंट नहीं है। गल ये इंपॉर्टेंट आ कि कैप्टन अमरिंदर सिंह जिहड़ी समूहिक जन चेतना कह दी है, समूहिक जिहड़ी मानसिकता आ गई, ਉਹਦੇ ਬਾਰੇ ਕੀ ਸੋਚ ਰਹੇ? ਸਮੂਹਿਕ ਮਾਨਸਿਕਤਾ ਜਿਹੜੀ ਖਾਸ ਤੌਰ ਤੇ ਸਿੱਖਾਂ ਦੇ ਅੰਦਰ ਜਾਂ ਉਸ ਤੋਂ ਇਲਾਵਾ ਵੀ ਕਿਸੇ ਕੀ ਸੁਮੇਧ ਸਿੰਘ ਸੈਣੀ ਨੇ ਬਹੁਤ ਸਾਰੇ ਕੁਕਰਮ ਕੀਤੇ ਆ, ਇਹਨਾਂ ਤੇ ਇਲਜ਼ਾਮ ਸੀਗਾ। ਬਹੁਤ ਸਾਰੇ ਕੇਸ ਚੱਲ ਰਹੇ ਸੀਗੇ। ਸੁਮੇਧ ਸਿੰਘ ਸੈਣੀ ਤੇ ਬਾਈਬਲ ਵਾਲਾ ਕੇਸ, ਬਰਗਾੜੀ ਵਾਲਾ ਕੇਸ, ਇਹਦੇ 'ਚ ਵੀ ਡੀਜੀਪੀ ਸੀਗੇ, ਡੀਜੀਪੀ ਉਤਾਰਿਆ ਗਿਆ ਬਾਦਲ ਸਰਕਾਰ ਵੱਲੋਂ ਉਹਨਾਂ ਨੂੰ। ਤਾਂ ਇਹਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਸੀ ਤੇ ਲੋਕਾਂ 'ਚ ਕਿਤੇ ਨਾ ਕਿਤੇ ਸੈਂਟੀਮੈਂਟਲ ਇਸ਼ੂਆਂ ਨੇ ਹੀ ਕੰਮ ਕਰਨਾ ਹੁੰਦਾ। ਚੋਣਾਂ ਜਦੋਂ ਆਉਂਦੀਆਂ ਨੇ ਸਿਆਸੀ ਪਾਰਟੀਆਂ ਸੈਂਟੀਮੈਂਟਲ ਇਸ਼ੂ ਉਠਾਉਂਦੀਆਂ ਨੇ ਤੇ ਲੋਕਾਂ ਦੀ ਸਾਈਕੀ 'ਚ ਵੀ ਸੈਂਟੀਮੈਂਟਲ ਇਸ਼ੂ ਹੁੰਦੇ ਨੇ। ਇਹ ਨਹੀਂ ਕਿ ਦੂਜੇ ਮੁੱਦੇ ਨਹੀਂ ਹੁੰਦੇ, ਪਰ ਸੈਂਟੀਮੈਂਟਲ ਇਸ਼ੂ ਤੇ ਲੋਕ ਜ਼ਿਆਦਾ ਭਾਵੁਕ ਹੁੰਦੇ। ਕਿ ਕਿਉਂ? ਧਰਮ ਦਾ ਜਦੋਂ ਮਸਲਾ ਆਉਂਦਾ ਹੈ, ਤੁਹਾਡੀ ਭਾਸ਼ਾ ਦਾ ਮਸਲਾ ਆਉਂਦਾ। ਜਿਵੇਂ ਤੁਸੀਂ ਮਮਤਾ ਬੈਨਰਜੀ ਦੇਖੋਗੇ, ਬੰਗਾਲ ਦੇ ਅੰਦਰ ਬੰਗਾਲ ਪ੍ਰਾਈਡ ਦੀ ਗੱਲ ਕੀਤੀ ਉਹਨਾਂ ਨੇ, ਯਾਨੀ ਆਪਣੀ ਕੌਮ ਦੇ ਮਾਣ ਦੀ ਗੱਲ ਕੀਤੀ। ਉਸ ਤੋਂ ਬਾਅਦ ਬੰਗਾਲ ਦੀ ਸੱਤਾ 'ਚ ਵਾਪਸੀ ਕਰਦੇ ਆ। ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਪਤਾ ਹੁੰਦਾ ਇਹ ਨਹੀਂ ਕਿ ਸੈਣੀ ਦੇ ਜਿਹੜੇ ਕੇਸ ਨੇ ਉਹ ਗਲਤ ਨੇ ਜਾਂ ਠੀਕ ਨੇ। ਸੈਣੀ ਦੇ ਉੱਤੇ ਤਾਂ ਬਹੁਤ ਸਾਰੇ ਮਾਮਲੇ ਨੇ, ਕੋਈ ਇੱਕ ਮਾਮਲਾ ਨਹੀਂ ਹੈ। ਔਰ ਉਹਨਾਂ ਦੇ ਖਿਲਾਫ ਤਾਂ ਪੁਲਿਸ ਵਾਲੀ ਸਟੇਟਮੈਂਟਾਂ ਦੇ ਰਹੇ ਨੇ। ਉਹ ਲੋਕ ਸਟੇਟਮੈਂਟਾਂ ਦੇ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ। ਇਸ ਕਰਕੇ ਸੈਣੀ ਦੇ ਮਸਲੇ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਸੀ। ਹਾਈ ਕਮਾਨ ਨੇ ਜਿਵੇਂ ਕੱਸਿਆ ਹੋਇਆ ਕੰਮ, ਜਿਵੇਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਕਿ ਕਿਤੇ ਮੈਂ ਬਾਕੀ ਚੀਜ਼ਾਂ ਨੂੰ ਹੈਂਡਲ ਨਾ ਕਰ ਸਕਿਆ ਤਾਂ ਕੱਲ੍ਹ ਨੂੰ ਮੇਰੇ ਤੇ ਕੋਈ ਗੱਲ ਨਾ ਆ ਜੇ, ਮੈਨੂੰ ਨਾ ਘੇਰੇ ਹਾਈ ਕਮਾਨ ਦੁਆਰਾ, ਮੈਨੂੰ ਨਾ ਘੇਰਨ ਮੇਰੇ ਲੀਡਰ, ਮੇਰੇ ਮੰਤਰੀ ਘੇਰ ਰਹੇ ਸੀ ਉਹਨਾਂ ਨੂੰ। तो इस करके भी वो सारा खैड़ा छड़ाउण दे लई जल्दी तो जल्दी केस गिरफ्तारी पाई गई है। पर गल सिर्फ ये नाल नहीं है, सैनी ते तां बहुत सारे केस ने जिहड़े सीरीयस केस ने, उन्हां दा की बनेगा? वो अदालतां च किवें निबड़नगे, पंजाब सरकार उह च की काम करदी है? क्योंकि चोणां च तां 5-6 महीने रह गए, तां चोणां तां लंघ जाणगीਆਂ। कि चोणां तो बाद जिहड़े परिवार इंसाफ मंगदे रहे ने, सिख भाईचारे दे लोक, गैर सिख भाईचारे दे लोक भी ने, कि सैनी दे रिश्तेदार भी ने, ਉਹ ਸਾਰੇ ਕੇਸਾਂ 'ਚ ਇਨਸਾਫ ਹੋਏਗਾ। ਸੈਣੀ ਦੇ ਉੱਤੇ ਕੋਈ ਇੱਕ ਕੇਸ ਨਹੀਂ ਆ। ਸੈਣੀ ਨੂੰ ਜੋ ਸੁਪਰ ਕਾਪ ਕਿਹਾ ਜਾਂਦਾ ਸੀ ਤਾਂ ਇੱਕ ਬਰੂਟਲ ਅਫਸਰ ਵੀ ਕਿਹਾ ਜਾਂਦਾ ਸੀ। ਇਸ ਕਰਕੇ ਸੈਣੀ ਦੇ ਮਸਲੇ ਦੇ ਅੰਦਰ ਆਉਣ ਵਾਲੇ ਦਿਨਾਂ ਦੀ ਕਾਰਵਾਈ ਕੀ ਹੋਏਗੀ, ਆਉਣ ਵਾਲੇ ਦਿਨਾਂ ਦੀ ਸਟ੍ਰੈਟਜੀ ਕੀ ਹੋਏਗੀ, ਆਉਣ ਵਾਲੇ ਦਿਨਾਂ 'ਚ ਕਿਹੜੇ ਕੇਸ ਉਹਨਾਂ 'ਤੇ ਖੁੱਲ੍ਹਣਗੇ, ਉਹ ਜੇਲ੍ਹ ਤੋਂ ਬਾਹਰ ਆਉਂਦੇ ਆ ਜਾਂ ਨਹੀਂ ਆਉਂਦੇ, ਇਹ ਅਹਿਮ ਮਸਲਾ ਹੈਗਾ। ਇਸੇ ਨਾਲੇ ਸਾਰੀ ਗੱਲ ਜੁੜੀ ਹੋਈ ਆ। ਤਾਂ
ਇੰਪੋਰਟੈਂਟ ਗੱਲ ਇਹੀ ਹੈ ਕਿ ਕੇਸ ਕਿਵੇਂ ਅੱਗੇ ਵਧੇਗਾ। ਉਹੀ ਤਾਂ ਦੇਰੀ ਕਿਉਂ ਹੋਈ ਹੈ, ਇੰਨਾ ਲੰਮਾ ਸਮਾਂ ਹੋ ਗਿਆ, 4 ਸਾਲ ਤੋਂ ਬਚਦੇ ਬਚਾਉਂਦੇ ਆ ਰਹੇ ਸੀ ਸੈਣੀ, ਪਰ ਹੁਣ ਹੋ ਗਈ ਹੈ। ਦੇਰੀ ਕਿਸ ਗੱਲ ਨੂੰ ਲੈ ਕੇ ਹੋਈ ਹੈ? ਦੇਰੀ ਇੱਕ ਤਾਂ ਇਹ ਹੁੰਦਾਗਾ ਕਿ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ, ਤੁਸੀਂ ਜੋ ਇਹ ਸਾਰੀਆਂ ਸਿਆਸੀ ਪਾਰਟੀਆਂ ਦਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਹੋ। ਸਾਡੀ ਇੰਡੀਅਨ ਪੋਲਿਟਿਕਸ ਦੀ ਇਹ ਤਰਾਸਦੀ ਹੈ, ਲਗਾਤਾਰ ਅਸੀਂ ਗੱਲਾਂ ਹੋਰ ਕਰਦੇ ਹਾਂ, ਜਦੋਂ ਸੱਤਾ 'ਚ ਆ ਜਾਂਦੇ ਹਾਂ ਹੋਰ ਹੋ ਜਾਂਦੇ ਹਾਂ। ਚਾਹੇ ਉਹ ਕੈਪਟਨ ਹੋਣ, ਬਾਦਲ ਹੋਣ, ਕੇਜਰੀਵਾਲ ਹੋਣ, ਉਹਨਾਂ 'ਤੇ ਵੀ ਸਵਾਲ ਉੱਠਦੇ ਰਹੇ ਹੈਗੇ ਕਿ ਪਹਿਲਾਂ ਉਹ ਸੌਹਾਂ ਖਾਂਦੇ ਸੀ ਆਪਦੇ ਬੱਚਿਆਂ ਦੀਆਂ, ਉਸ ਤੋਂ ਬਾਅਦ ਮਮਤਾ ਬੈਨਰਜੀ, ਜਿਹੜਾ ਮਰਜ਼ੀ ਲੀਡਰ ਲੈ ਲਓ, ਉਹ ਜਮਾਂ ਹੂਬ ਨਹੀਂ ਉਤਰਦੇ ਆਪਣੀਆਂ ਗੱਲਾਂ 'ਤੇ ਪੂਰੇ। ਕੋਈ ਘੱਟ ਕੋਈ ਵੱਧ, ਕੋਈ ਜ਼ਿਆਦਾ ਵਧੀਆ ਕੰਮ ਕਰ ਸਕਦਾ, ਚਾਰ ਕੋਈ ਘੱਟ ਕਰ ਸਕਦਾ, ਪਰ ਇਹ ਸਾਡੀ ਤਰਾਸਦੀ ਹੈਗੀ। ਇਸ ਕਰਕੇ ਉਦੋਂ ਕਿਹਾ ਗਿਆ, ਉਸ ਤੋਂ ਬਾਅਦ ਜਦੋਂ ਹੁਣ ਪ੍ਰੈਸ਼ਰ ਬਿਲਡ ਹੋਇਆ ਉਦੋਂ। ਔਰ ਦੂਸਰੀ ਗੱਲ, ਚੋਣਾਂ ਨੇੜੇ ਆ ਗਈਆਂ। ਜੇ ਮਸਲਾ ਪਹਿਲਾਂ ਉਠਾਇਆ ਜਾਂਦਾ ਸ਼ਾਇਦ ਇੰਨਾ ਚੋਣਾਂ 'ਚ ਫਾਇਦਾ ਨਾ ਦਿੰਦਾ। ਮਸਲਾ ਤਾਂ ਇਨਸਾਫ ਤਾਂ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਹੋਰ ਸਾਰੇ ਮਸਲਿਆਂ ਦਾ ਇਨਸਾਫ ਤਾਂ ਮੰਗਦੇ ਆ, ਪਰ ਇਨਸਾਫ ਨਾਲੋਂ ਵੱਡੀ ਰਾਜਨੀਤੀ ਹੁੰਦੀ ਹੈ। ਤੇ ਜਿਹੜੇ ਬੰਦੇ ਨੇ ਇਨਸਾਫ ਦੇਣਾ ਹੁੰਦਾ ਉਹਨੂੰ ਲੱਗਦਾ ਕਿ ਮੇਰੀ ਰਾਜਨੀਤੀ ਕਿਉਂ ਨਾ ਫਿੱਟ ਹੋ ਜੇ ਇਹਦੇ 'ਚ, ਜੇ ਮੈਂ ਕਰਨਾ ਹੀ ਹੈ ਤਾਂ ਮੈਨੂੰ ਇਹਦਾ ਕ੍ਰੈਡਿਟ ਕਿਉਂ ਨਾ ਮਿਲੇ। ਕ੍ਰੈਡਿਟ ਕਦੋਂ ਮਿਲੂਗਾ? ਚੋਣਾਂ 'ਚ ਮਿਲੂਗਾ। ਤਾਂ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਲਮਕਾਇਆ ਜਾਂਦਾ। ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਦੇਖਦੇ ਰਹੇ, ਕਿਸੇ ਇੱਕ ਕੇਸ 'ਚ ਨਹੀਂ, ਬਹੁਤ ਸਾਰੇ ਕੇਸਾਂ 'ਚ ਦੇਖਣ ਨੂੰ ਮਿਲਦਾ ਹੈ ਕਿ ਇਹ ਚੀਜ਼ਾਂ ਲਟਕਾਈਆਂ ਗਈਆਂ ਨੇ, ਜਿਨ੍ਹਾਂ ਕਰਕੇ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਜਿਹੜਾ ਨਹੀਂ ਬਣਨਾ ਚਾਹੀਦਾ। ਔਰ ਇਹ ਮਾਹੌਲ ਫਿਰ ਓਵਰਆਲ ਇੱਕ ਲੋਕਾਂ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਪੈਦਾ ਕਰਦਾ ਜਿਹੜੀ ਕਦੇ ਵੀ ਕਿਸੇ ਨਾ ਨੇਸ਼ਨ ਲਈ ਚੰਗੀ ਹੁੰਦੀ ਆ, ਨਾ ਸਟੇਟ ਲਈ ਚੰਗੀ ਹੁੰਦੀ ਹੈ। ਲੋਕਾਂ ਦੇ ਇਸ਼ੂ ਐਡਰੈਸ ਹੋਣੇ ਚਾਹੀਦੇ ਨੇ। ਜੇ ਕਿਸੇ ਨਾਲ ਬੇਇਨਸਾਫੀ ਹੋਈ ਹੈ, ਉਹਦੀ ਬੇਇਨਸਾਫੀ ਦਾ ਇਨਸਾਫ ਮਿਲਣਾ ਚਾਹੀਦਾ ਗਾ, ਸਹੀ ਸਮੇਂ 'ਤੇ ਮਿਲਣਾ ਚਾਹੀਦਾ ਗਾ। ਉਹਦੇ 'ਚ ਸਾਡੀਆਂ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ, ਚਾਹੇ ਪੁਲਿਸ ਆ, ਚਾਹੇ ਹੋਰ ਐਡਮਿਨਿਸਟ੍ਰੇਟਿਵ ਆ, ਇਹਨਾਂ ਨੂੰ ਬਣਦਾ ਰੋਲ ਨਿਰਪੱਖ ਤਰੀਕੇ ਨਾਲ ਅਦਾ ਕਰਨਾ ਚਾਹੀਦਾ, ਤਾਂ ਕਿ ਮਸਲੇ ਹੱਲ ਹੋਣ। ਹੱਲ ਹੋਣ ਤੋਂ ਬਾਅਦ ਗੱਲ ਸਹੀ ਤਰੀਕੇ ਦੇ ਨਾਲ ਅੱਗੇ ਵਧੇ, ਪਰ ਇਹ ਨਹੀਂ ਹੁੰਦਾ ਗਾ। ਪੋਲੀਟਿਕਸ ਆ ਜਾਂਦੀ ਹੈ, ਪੁਲਿਸ ਤੇ ਬਹੁਤ ਸਾਰੇ ਡਿਪਾਰਟਮੈਂਟ ਵੀ ਆਪਣੇ ਅਧਿਕਾਰੀਆਂ ਦੇ ਮੁਤਾਬਕ, ਆਪਣੇ ਪੋਲੀਟੀਕਲ ਬੌਸ ਦੇ ਮੁਤਾਬਕ ਕੰਮ ਕਰਦੇ ਨੇ, ਜੋ ਉਹਨਾਂ ਦੇ ਪੋਲੀਟੀਕਲ ਬੌਸ ਹੁੰਦੇ ਨੇ ਉਹਨਾਂ ਦੇ ਮੁਤਾਬਕ ਕੰਮ ਕਰਦੇ ਨੇ, ਜਿਹਦੇ ਕਰਕੇ ਫਿਰ ਇਸ ਤਰ੍ਹਾਂ ਦਾ ਮਾਹੌਲ ਹੁੰਦਾ, ਜਿਹਦੇ ਕਰਕੇ ਫਿਰ ਲੋਕਾਂ 'ਚ ਫਰਸਟ੍ਰੇਸ਼ਨ ਵੀ ਆਉਂਦੀ ਹੈ, ਜਿਹਦੇ ਕਰਕੇ ਲੋਕਾਂ 'ਚ ਇੱਕ ਸਹੀ ਮੈਸੇਜ ਜਿਹੜਾ ਜਾਣਾ ਹੁੰਦਾ ਉਹ ਨਹੀਂ ਜਾਂਦਾ, ਜਿਹਦਾ ਨਤੀਜਾ ਫਿਰ ਇਹ ਹੁੰਦਾ ਹੈਗਾ ਕਿ ਸਟੇਟ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਜਿਹੜਾ ਨਹੀਂ ਹੋਣਾ ਚਾਹੀਦਾ। ਇੱਕ ਬੇਭਰੋਸਗੀ ਦਾ ਮਾਹੌਲ, ਭਰੋਸਾ ਉੱਠਦਾ ਲੋਕਾਂ ਦਾ ਸਿਸਟਮ ਤੋਂ, ਸਰਕਾਰਾਂ ਤੋਂ। ਜਦੋਂ ਭਰੋਸਾ ਉੱਠਦਾ ਤਾਂ ਲੋਕ ਫਿਰ ਗਲਤ ਰਾਹ ਪੈਂਦੇ ਨੇ। ਸਿਸਟਮ ਤੋਂ ਭਰੋਸਾ ਤਾਂ ਹੀ ਉੱਠਦਾ ਜਦੋਂ ਉੱਥੇ ਇਨਸਾਫ ਨਹੀਂ ਹੁੰਦਾ। ਇਸ ਕਰਕੇ ਸਿਸਟਮ 'ਤੇ ਜੇ ਭਰੋਸਾ ਚਾਹੀਦਾ ਤਾਂ ਘੱਟੋ ਘੱਟ ਇਨਸਾਫ ਵੀ ਮਿਲਣਾ ਚਾਹੀਦਾ। ਕੀ ਲੱਗਦਾ ਕਿ ਹੁਣ ਸੁਮਿਤ ਸੈਣੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ? ਸੁਮੇਧ ਸਿੰਘ ਸੈਣੀ ਨੇ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਜਦੋਂ ਇਹ ਸਾਰਾ ਕੇਸ ਆਇਆ। ਹੁਣ ਚੁੱਪ ਸੀ, ਬੜੇ ਲੰਬੇ ਸਮੇਂ ਦੇ ਰਾਹ ਆਪਣਾ ਮੰਨ ਰਹੇ ਸੀਗੇ ਕਿ ਮੈਂ ਸ਼ਾਇਦ ਨਿਕਲ ਜਾਵਾਂਗਾ, ਪਰ ਸੁਮੇਧ ਸਿੰਘ ਸੈਣੀ ਦੇ ਉੱਤੇ ਇੰਨੇ ਜ਼ਿਆਦਾ ਕੇਸ ਨੇ, ਕਦੇ ਨਾ ਕਦੇ ਕਿਸੇ ਕੇਸ 'ਚ ਪ੍ਰੋਪਰ ਇਨਸਾਫ ਜ਼ਰੂਰ ਹੋਊਗਾ। ਤੇ ਸੁਮੇਧ ਸਿੰਘ ਸੈਣੀ ਨੇ ਜਿਹੜੀਆਂ ਗੜਬੜਾਂ ਕੀਤੀਆਂ ਨੇ ਉਹਦੀ ਜਵਾਬਦੇਹੀ ਤਾਂ ਹੁਣ ਹੋ ਰਹੀ ਹੈ, ਔਰ ਜਵਾਬਦੇਹੀ ਕਿਸੇ ਦੀ ਵੀ ਹੋਣੀ ਚਾਹੀਦੀ ਹੈ। ਲਾਅ ਤੋਂ ਵੱਧ ਕੋਈ ਨਹੀਂ ਹੁੰਦਾ, ਕਾਨੂੰਨ ਤੋਂ ਉੱਪਰ ਕੋਈ ਨਹੀਂ ਹੁੰਦਾ, ਕਾਨੂੰਨ ਮੁਤਾਬਕ ਕੰਮ ਹੋਣਾ ਚਾਹੀਦਾ। ਤੇ ਇਹ ਸਾਰੇ ਮਸਲੇ ਦਾ ਹੱਲ ਹੋ ਕੇ ਅਦਾਲਤਾਂ ਨੂੰ ਫੈਕਟ 'ਤੇ ਜਾ ਕੇ, ਤੱਥਾਂ 'ਤੇ ਜਾ ਕੇ, ਭਾਵਨਾਵਾਂ 'ਤੇ ਨਹੀਂ, ਤੱਥਾਂ 'ਤੇ ਜਾ ਕੇ ਅਦਾਲਤਾਂ ਕੰਮ ਕਰਨ। ਔਰ ਇਸ ਮਸਲੇ ਦੇ ਅੰਦਰ ਬਹੁਤ ਸਾਰੇ ਮੁਲਤਾਨੀ ਦਾ ਕੇਸ ਆ, ਕਿੰਨੇ ਕੇਸ ਨੇ ਸੈਣੀ ਦੇ ਉੱਤੇ, ਉਹਨਾਂ ਸਾਰੇ ਕੇਸਾਂ 'ਚ ਇਹ ਕੇਸ ਤਾਂ ਚਲੋ ਇੱਕ ਕੇਸ ਹੁਣ ਗ੍ਰਿਫਤਾਰ ਕਰਨ ਲਈ ਕਰ ਲਿਆ, ਬਹੁਤ ਸਾਰੇ ਹੋਰ ਕੇਸ ਚੱਲ ਰਹੇ ਆ ਸੈਣੀ 'ਤੇ, ਜਿਨ੍ਹਾਂ 'ਤੇ ਇਲਜ਼ਾਮ ਲੱਗਦਾ ਸੈਣੀ 'ਤੇ ਕਿ ਬਹੁਤ ਬਰੂਟਲੀ ਉਹਨਾਂ ਨੇ ਸਾਰੀਆਂ ਗੜਬੜਾਂ ਕੀਤੀਆਂ, ਕਿਲਿੰਗ ਕੀਤੀਆਂ। ਤਾਂ ਉਹਦੇ 'ਚ ਵੀ ਇਨਸਾਫ ਹੋਣਾ ਚਾਹੀਦਾ। ਉਮੀਦ ਤੇ ਇਨਸਾਫ ਦੇ ਮੰਦਰ ਅਦਾਲਤ ਤੋਂ ਹੀ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਜਾਊਗਾ ਉਹਨੂੰ ਇਨਸਾਫ ਮਿਲੂਗਾ। ਤਾਂ ਇਨਸਾਫ ਮਿਲਣਾ ਬੇਹੱਦ ਜ਼ਰੂਰੀ ਹੈ।